ਹਿੰਦੂ ਦ੍ਰਿਸ਼ਟੀਕੋਣ ਦੀ ਮਰਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਸਮਝਣੀ ਬਹੁਤੀ ਔਖੀ ਨਹੀਂ ਰਹਿ ਜਾਂਦੀ ਕਿ ਜੂਨ 1984 ਵਿੱਚ ਭਾਰਤੀ ਫੌਜ ਦੁਆਰਾ ਦਰਬਾਰ ਸਾਹਿਬ ਸਮੂਹ ਉੱਤੇ ਕੀਤੇ ਗਏ ਦਵੈਸ਼ ਭਰੇ ਹਮਲੇ ਦਾ ਸਿੱਖ ਜਗਤ ਨੇ ਇੰਨਾ ਤਿੱਖਾ ਦੁੱਖ ਤੇ ਬੁਰਾ ਕਿਉਂ ਮਨਾਇਆ ਅਤੇ ਸਿੱਖਾਂ ਦੇ ਮਨਾਂ ਅੰਦਰ ਰੋਸ ਤੇ ਗੁੱਸੇ ਦੀ ਇੰਨੀ ਤੀਬਰ ਜਵਾਲਾ ਕਿਉਂ ਭੜਕ ਉੱਠੀ। ਅਸਲ ਵਿੱਚ ਇਸ ਘਟਨਾ ਨਾਲ ਸਿੱਖਾਂ ਨੂੰ ਦੂਹਰਾ ਸਦਮਾ ਪਹੁੰਚਿਆ। ਇੱਕ ਆਪਣੇ ਰੱਬ ਦੇ ਘਰ ਉੱਤੇ ਵਹਿਸ਼ੀ ਹਮਲੇ ਦਾ ਦੁੱਖ, ਦੂਜਾ ਆਪਣੇ ਹੀ ਸਮਝੇ ਜਾਂਦੇ ਹਾਕਮਾਂ ਵੱਲੋਂ ਸਿੱਖ ਸੰਵੇਦਨਾ ਪ੍ਰਤੀ ਦਿਖਾਈ ਸਿਰੇ ਦੀ ਬੇਰੁਖੀ ਤੇ ਜਹਾਲ ਵਤੀਰੇ ਦਾ ਸਦਮਾ। ਸਿੱਖ ਕੌਮ ਦੇ ਇੱਕ ਤਗੜੇ ਵਰਗ ਨੂੰ ਮਗਰਲੀ ਗੱਲ ਨੇ ਖਾਸ ਤੌਰ ਤੇ ਵੱਧ ਬੇਹਾਲ ਕੀਤਾ। ਉਹਨਾਂ ਦਾ ਸੋਚਣਾ ਤੇ ਕਹਿਣਾ ਸੀ ਕਿ ਮੱਧ ਯੁੱਗ ਦੇ ਸਮੇਂ ਆਪਣੇ ਮਜ਼ਹਬੀ ਜਨੂਨ ਤੇ ਜ਼ੁਲਮਾਂ ਲਈ ਬਦਨਾਮ ਮੁਗਲਾਂ ਤੇ ਦੁਰਾਨੀਆਂ ਹੱਥੋਂ ਤਾਂ ਸਿੱਖਾਂ ਨਾਲ ਅਜਿਹੇ ਵਹਿਸ਼ੀ ਸਲੂਕ ਦੀ ਸਮਝ ਪੈਂਦੀ ਹੈ। ਜੇ ਇਹ ਉਪੱਦਰ ਬਰਤਾਨਵੀ ਹਾਕਮਾਂ ਵੱਲੋਂ ਹੋਇਆ ਹੁੰਦਾ ਤਾਂ ਵੀ ਸਿੱਖਾਂ ਨੂੰ ਇੰਨੀ ਹੈਰਾਨੀ ਤੇ ਗਿਲਾਨੀ ਨਹੀਂ ਸੀ ਹੋਣੀ। ਪਰ ਭਾਰਤ ਦਾ ਹਿੰਦੂ ਵਰਗ, ਜੋ ਸਿੱਖਾਂ ਨੂੰ ਆਪਣੇ ਹੀ ਜਿਸਮ ਦਾ ਲਘੂ ਅੰਗ ਸਮਝਣ ਦੇ ਸਿਧਾਂਤ ਦਾ ਹਠੀਲਾ ਧਾਰਕ ਤੇ ਸ਼ੁਰੀਲਾ ਪ੍ਰਚਾਰਕ ਬਣਿਆ ਹੋਇਆ ਹੈ, ਅਜਿਹਾ ਵਹਿਸ਼ੀਕਾਰਾ ਕਰਦਿਆਂ ਉਸ ਦੀ ਜ਼ਮੀਰ ਕਿਉਂ ਨਾ ਕੰਬੀ। ਆਖਰਕਾਰ ਜਿਸ ਵਰਗ ਨੇ ਸਿੱਖ ਪੰਥ ਨੂੰ ਇਸ ਧਰਤੀ ਤੇ ਜਨਮ ਲੈਂਦਿਆਂ ਅਤੇ ਇਤਿਹਾਸ ਦੇ ਕਾਲੇ ਖੌਫਨਾਕ ਦੌਰ ਅੰਦਰ ਧਾਰਮਿਕ ਆਜ਼ਾਦੀ ਲਈ ਸਿਰਫ ਆਪਣੇ ਵਾਸਤੇ ਨਹੀਂ, ਹਰ ਵਰਗ ਲਈ ਅਤੇ ਸਭ ਨਾਲੋਂ ਵੱਧ ਕੇ ਹਿੰਦੂ ਵਰਗ ਲਈ ਇਸ ਧਰਤੀ ਨੂੰ ਵਾਰ-ਵਾਰ ਆਪਣੇ ਖੂਨ ਨਾਲ ਸਿੰਜਦੇ ਹੋਏ ਦੇਖਿਆ ਹੈ, ਉਹ ਸਿੱਖਾਂ ਦੇ ਫਲਸਫੇ, ਇਤਿਹਾਸ ਤੇ ਰਵਾਇਤਾਂ ਤੋਂ ਇੰਨਾ ਕੋਰਾ ਨਹੀਂ ਹੋ ਸਕਦਾ ਕਿ ਉਸ ਨੂੰ ਇਸ ਦੇ ਖਤਰਨਾਕ ਨਤੀਜਿਆਂ ਦੀ ਪੂਰਵ ਸੋਝੀ ਹੀ ਨਾ ਹੋਵੇ। ਸਿੱਖਾਂ ਦੇ ਇੱਕ ਵਰਗ ਨੂੰ ਇਹ ਗੱਲ ਸਮਝਣ ਤੇ ਮੰਨਣ ਵਿੱਚ ਵੱਡੀ ਮਨੋਵਿਗਿਆਨਕ ਔਕੜ ਪੇਸ਼ ਆਈ। ਪਰ ਜਿਵੇਂ ਕਿ ਸ਼ੁਰੂ ਵਿੱਚ ਹੀ ਜ਼ਿਕਰ ਹੋ ਚੁੱਕਾ ਹੈ, ਇਹ ਨਹੀਂ ਕਿ ਭਾਰਤੀ ਹਾਕਮਾਂ ਨੂੰ ਰੋਹ ਭਰੇ ਸਿੱਖ ਪ੍ਰਤੀਕਰਮ ਦਾ ਕੋਈ ਅੰਦੇਸ਼ਾ ਨਹੀਂ ਸੀ, ਜਾਂ ਉਹਨਾਂ ਨੂੰ ਸਿੱਖ ਇਤਿਹਾਸ ਤੇ ਰਵਾਇਤਾਂ ਦੀ ਕੋਈ ਜਾਣਕਾਰੀ ਹੀ ਨਹੀਂ ਸੀ। ਅਜਿਹੇ ਮਾਮਲੇ ਵਿੱਚ ਅਸਲੀ ਗੱਲ ਦੂਜੀ ਧਿਰ ਦੇ ਪੱਖ ਦੀ ਖਾਲੀ ਜਾਣਕਾਰੀ ਦੀ ਨਹੀਂ ਹੁੰਦੀ। ਖਾਲੀ ਜਾਣਕਾਰੀ ਨਾਲੋਂ ਵੱਧ ਅਹਿਮ ਗੱਲ ਦੂਜੀ ਧਿਰ ਦੇ ਦ੍ਰਿਸ਼ਟੀਕੋਣ ਨੂੰ ਸ਼ੁੱਧ ਹਿਰਦੇ ਨਾਲ ਸਮਝਣ ਦੀ ਰੁਚੀ ਤੇ ਸਮਰੱਥਾ ਦੀ ਹੁੰਦੀ ਹੈ। ਇਸ ਸੰਬੰਧ ਵਿੱਚ ਐਡਵਰਡ ਸੈਦ ਨੇ ਇੱਕ ਬਹੁਤ ਹੀ ਵਿਚਾਰਯੋਗ ਸਿਧਾਂਤਕ ਨੁਕਤਾ ਉਭਾਰਿਆ ਹੈ ਕਿ ਗੱਲ ਨਿਰੀ ਦੂਸਰੇ ਭਾਈਚਾਰੇ ਨੂੰ ਜਾਣਨ ਤੇ ਸਮਝਣ ਦੀ ਨਹੀਂ, ਸਮਝਣ ਦੇ ਪਿੱਛੇ ਕੰਮ ਕਰਦੀ ਨੀਤ ਤੇ ਭਾਵਨਾ ਦੀ ਹੈ। ਅਰਥਾਤ ਕਿਸੇ ਦੂਸਰੇ ਨੂੰ ਅਪਣਾਉਣ ਦੀ ਭਾਵਨਾ ਨਾਲ ਅਤੇ ਉਸ ਨੂੰ ਦਬਾਉਣ ਜਾਂ ਸਤਾਉਣ ਦੀ ਭਾਵਨਾ ਨਾਲ ਜਾਣਨ ਵਿੱਚ ਜ਼ਮੀਨ ਅਸਮਾਨ ਜਿੱਡਾ ਫਰਕ ਹੈ। ਇਹ ਸੱਚ ਕਿਸੇ ਕੋਲੋਂ ਗੁੱਝਾ ਨਹੀਂ ਕਿ ਭਾਰਤ ਦੇ ਹਿੰਦੂ ਹੁਕਮਰਾਨ ਵਰਗ ਅੰਦਰ ਸਿੱਖਾਂ ਦੇ ਦ੍ਰਿਸ਼ਟੀਕੋਣ ਨੂੰ ਸਹੀ ਰੂਪ ਵਿੱਚ ਤੇ ਦਰੁਸਤ ਭਾਵਨਾ ਨਾਲ ਸਮਝਣ ਦੀ ਨਾ ਤਾਂ ਆਪਣੇ ਸਿਆਸੀ ਮੁਫਾਦਾਂ ਕਰਕੇ ਰੁਚੀ ਸੀ ਅਤੇ ਨਾ ਉਹਨਾਂ ਅੰਦਰ ਸਿੱਖ ਦ੍ਰਿਸ਼ਟੀਕੋਣ ਨੂੰ ਸਮਝ ਸਕਣ ਦੀ ਕਾਬਲੀਅਤ ਤੇ ਸਮਰੱਥਾ ਹੀ ਹੈ। ਕਾਰਨ ਇਹ ਕਿ ਉਹਨਾਂ ਦਾ ਸਮੁੱਚਾ ਦਾਰਸ਼ਨਿਕ ਨਜ਼ਰੀਆ ਤੇ ਇਤਿਹਾਸਕ ਅਨੁਭਵ ਸਿੱਖਾਂ ਨਾਲੋਂ ਅਹਿਮ ਰੂਪ ਵਿੱਚ ਵੱਖਰਾ ਹੈ। ਹਿੰਦੁਸਤਾਨ ਨੂੰ ਲੁੱਟਣ ਦੀ ਹਵਸ ਨਾਲ ਉੱਤਰ ਪੱਛਮ ਦੇ ਰਸਤਿਓਂ ਆਏ ਧਾੜਵੀਆਂ ਨੇ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ 18ਵੀਂ ਸਦੀ ਦੇ ਮੱਧ ਵਿੱਚ ਜਾ ਕੇ ਹਮਲਾ ਕੀਤਾ ਸੀ। ਪਰ ਉਹ ਲੁੱਟ ਦੀ ਲਾਲਸਾ ਤੇ ਮਜ਼ਹਬੀ ਤਵੱਸਬ ਬੁਣੇ ਚੋਂ ਹਿੰਦੂ ਮੰਦਰਾਂ ਨੂੰ ਤਾਂ ਇਸ ਨਾਲੋਂ ਕੋਈ 700 ਸਾਲ ਪਹਿਲਾਂ ਤੋਂ ਹੀ ਲੁੱਟਦੇ, ਉਜਾੜਦੇ ਤੇ ਅਪਮਾਨਿਤ ਕਰਦੇ ਆ ਰਹੇ ਸਨ। ਇਸ ਸਾਰੇ ਸਮੇਂ ਦੌਰਾਨ ਭਾਰਤ ਦੇ ਹਿੰਦੂ ਵਰਗ ਵੱਲੋਂ ਆਪਣੇ ਕਿਸੇ ਮੰਦਰ ਜਾਂ ਸਮਾਰਕ ਦੀ ਰਾਖੀ ਲਈ ਲਹੂ ਵਹਾਉਣ ਦਾ ਇਤਿਹਾਸ ਅੰਦਰ ਕੋਈ ਪ੍ਰਮਾਣ ਨਹੀਂ ਮਿਲਦਾ। ਭਾਵੇਂ ਕਿ ਹਿੰਦੂਆਂ ਦੇ ਕੁਝ ਲੜਾਕੇ ਵਰਗਾਂ, ਖਾਸ ਕਰਕੇ ਮਰਹਟਿਆਂ ਤੇ ਰਾਜਪੂਤਾਂ ਦੁਆਰਾ ਆਪਣੀਆਂ ਬਾਦਸ਼ਾਹਤਾਂ ਦੀ ਰਾਖੀ ਲਈ ਵਿਦੇਸ਼ੀ ਜਰਵਾਣਿਆਂ ਨਾਲ ਲੜੀਆਂ ਬਹਾਦਰੀ ਭਰੀਆਂ ਜੰਗਾਂ ਦਾ ਵਰਣਨ ਆਮ ਮਿਲ ਜਾਂਦਾ ਹੈ। ਇਸ ਇਤਿਹਾਸਕ ਤੱਥ ਨੂੰ ਅਜੇ ਤੱਕ ਕਿਸੇ ਨਹੀਂ ਝੁਠਲਾਇਆ ਕਿ ਜਦ ਮਹਿਮੂਦ ਗਜ਼ਨਵੀ ਨੇ ਸੋਮਨਾਥ ਦੇ ਪ੍ਰਸਿੱਧ ਮੰਦਰ ਨੂੰ ਪਹਿਲੀ ਵਾਰ 1026 ਈਸਵੀ ਨੂੰ ਲੁੱਟਿਆ ਤੇ ਉਜਾੜਿਆ ਸੀ ਤਾਂ ਵੱਡੀ ਗਿਣਤੀ ਵਿੱਚ ਉੱਥੇ ਮੌਜੂਦ ਪੰਡਤ ਤੇ ਪੁਜਾਰੀ ਬਿਨਾਂ ਕੋਈ ਵਿਰੋਧ ਕੀਤੇ ਸਵੈ ਇੱਛਾ ਨਾਲ ਹੀ ਇਸ ਨੂੰ ਸੁਣਨਾ ਛੱਡ ਕੇ ਭੱਜ ਗਏ ਸਨ।
ਤਾਜ਼ਾ ਪ੍ਰਕਾਸ਼ਿਤ ਹੋਈ ਇੱਕ ਇਤਿਹਾਸਕ ਖੋਜ ਚੋਂ ਇਹ ਹੈਰਾਨੀ ਭਰਿਆ ਤੱਥ ਉਜਾਗਰ ਹੋਇਆ ਹੈ ਕਿ ਸੋਮਨਾਥ ਤੇ ਇਸ ਦੇ ਨੇੜਲੇ ਸਮਾਰਕਾਂ ਵਿੱਚ ਕੰਧਾਂ ਤੇ ਉੱਕਰੇ ਸ਼ਿਲਾਲੇਖਾਂ ਵਿੱਚ ਇਸ ਹਮਲੇ ਦਾ ਕਿਤੇ ਜ਼ਿਕਰ ਤੱਕ ਨਹੀਂ ਮਿਲਦਾ। 9 ਸਦੀਆਂ ਤੋਂ ਵੀ ਵੱਧ ਸਮੇਂ ਤੱਕ ਹਿੰਦੂਆਂ ਦੇ ਕਿਸੇ ਵੀ ਵਰਗ ਅੰਦਰ ਸੋਮਨਾਥ ਦੇ ਮੰਦਰ ਨੂੰ ਮੁੜ ਪਹਿਲਾਂ ਵਾਲੀ ਜਗ੍ਹਾ ਉੱਤੇ ਉਸਾਰਨ ਦੀ ਤਾਂਘ ਪੈਦਾ ਨਾ ਹੋਈ। ਇਸ ਮੰਦਰ ਨੂੰ ਮੁੜ ਤੋਂ ਪੁਰਾਣੀ ਜਗ੍ਹਾ ਤੇ ਉਸਾਰਨ ਦਾ ਫੈਸਲਾ ਜਾ ਕੇ 1951 ਵਿੱਚ ਲਿਆ ਗਿਆ ਸੀ, ਭਾਵ ਉਦੋਂ ਜਦੋਂ ਭਾਰਤੀ ਰਾਜ ਭਾਗ ਦੀ ਵਾਗਡੋਰ ਹਿੰਦੂ ਵਰਗ ਦੇ ਹੱਥਾਂ ਵਿੱਚ ਆ ਗਈ ਸੀ ਅਤੇ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਖੁੱਲ੍ਹੀ ਮਦਦ ਕਰਨ ਲਈ ਤਤਪਰ ਹੋ ਗਈ ਸੀ। ਸੋ ਆਪਣੇ ਅਲੱਗ ਕਿਸਮ ਦੇ ਧਰਮ ਸ਼ਾਸਤਰ ਤੇ ਇਤਿਹਾਸਕ ਅਨੁਭਵ ਦੀ ਵਜ੍ਹਾ ਕਰਕੇ ਹਿੰਦੂ ਵਰਗ ਲਈ ਦਰਬਾਰ ਸਾਹਿਬ ਨਾਲ ਸਿੱਖਾਂ ਦੇ ਅਨੋਖੇ ਰਿਸ਼ਤੇ ਦੀ ਵਿਆਕਰਨ ਨੂੰ ਸਮਝਣਾ ਔਖਾ ਹੈ। ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਕਿਸੇ ਵੀ ਨਾਮਵਰ ਸਿੱਖ ਵਿਦਵਾਨ ਦਾ ਪ੍ਰਤੀਕਰਮ ਦੇਖ ਲਵੋ, ਉਸ ਵਿੱਚੋਂ ਹਿੰਦੂ ਹਾਕਮ ਵਰਗ ਉੱਤੇ ਸਿੱਖ ਦ੍ਰਿਸ਼ਟੀਕੋਣ ਨੂੰ ਨਾ ਸਮਝਣ ਦਾ ਰੋਸ ਤੇ ਗਿਲਾ ਸਾਫ਼ ਪ੍ਰਗਟ ਹੁੰਦਾ ਹੈ। ਹਰਜੀ ਮਲਕ ਨੇ ਇਸ ਹਮਲੇ ਨੂੰ ਸਿੱਧੇ ਤੇ ਤਿੱਖੇ ਰੂਪ ਵਿੱਚ ਸੰਬੋਧਨ ਹੁੰਦਿਆਂ ਇੰਡੀਅਨ ਐਕਸਪ੍ਰੈਸ ਵਿੱਚ ਇੱਕ ਧੜੱਲੇਦਾਰ ਲੇਖ ਲਿਖਿਆ ਸੀ ਅਤੇ ਦੱਸਿਆ ਸੀ ਕਿ ਕਿਵੇਂ ਦਿੱਲੀ ਦੇ ਇੱਕ ਵੱਡੇ ਰੋਜ਼ਾਨਾ ਅਖਬਾਰ ਦੇ ਸੰਪਾਦਕ ਨੇ ਸਿੱਖਾਂ ਦੇ ਗੁੱਸੇ ਭਰੇ ਪ੍ਰਤੀਕਰਮ ਉੱਤੇ ਨਾ ਸਿਰਫ ਆਪਣੀ ਹੈਰਾਨਗੀ ਦਿਖਾਈ, ਸਗੋਂ ਨਾਲ ਹੀ ਅਜੀਬੋ-ਗਰੀਬ ਜਾਪਦੇ ਇਸ ਵਰਤਾਰੇ ਨੂੰ ਸਮਝ ਸਕਣ ਵਿੱਚ ਆਪਣੀ ਤੇ ਆਪਣੇ ਹਿੰਦੂ ਭਾਈਚਾਰੇ ਦੀ ਅਸਮਰੱਥਾ ਤੇ ਲਾਚਾਰਗੀ ਵੀ ਪ੍ਰਗਟਾਈ। ਉਸ ਹਿੰਦੂ ਸੰਪਾਦਕ ਦਾ ਇਹ ਨਿਝੱਕ ਮੰਨਣਾ ਸੀ ਕਿ ਧਰਮ ਪ੍ਰਤੀ ਆਪਣੇ ਅਲੱਗ ਕਿਸਮ ਦੇ ਦ੍ਰਿਸ਼ਟੀਕੋਣ ਦੀ ਵਜ੍ਹਾ ਕਰਕੇ ਹਿੰਦੂ ਮਨ ਲਈ ਸਿੱਖਾਂ ਦੇ ਇਸ ਪ੍ਰਤੀਕਰਮ ਨੂੰ ਠੀਕ ਪੂਰੀ ਤਰ੍ਹਾਂ ਸਮਝ ਸਕਣਾ ਉੱਕਾ ਹੀ ਸੌਖਾ ਨਹੀਂ ਹੈ। ਹਰਜੀ ਮਲਕ ਦਾ ਇਹ ਕਹਿਣਾ 16 ਆਨੇ ਸੱਚ ਸੀ ਕਿ ਹਿੰਦੂਆਂ ਕੋਲ ਦਰਬਾਰ ਸਾਹਿਬ ਦੇ ਬਰਾਬਰ ਦਾ ਕੋਈ ਇਕਲੌਤਾ ਤੀਰਥ ਨਾ ਹੋਣ ਸਦਕਾ ਉਹਨਾਂ ਵੱਲੋਂ ਅਜਿਹੀ ਅਸਮਰੱਥਾ ਤੇ ਹੈਰਾਨਗੀ ਪ੍ਰਗਟਾਉਣੀ ਕੋਈ ਓਪਰੀ ਗੱਲ ਨਹੀਂ ਜਾਪਦੀ। ਬਾਅਦ ਵਿੱਚ ਜਾ ਕੇ ਆਪਣੇ ਇੱਕ ਹਮ ਖਿਆਲ ਅਤੇ ਹਮ ਮਜ਼ਹਬੀ ਸਮਾਜੀ ਕਾਰਕੁਨ ਨਾਲ ਵਧੇਰੇ ਦਿਲ ਖੁੱਲ੍ਹਵੀਂ ਗੱਲਬਾਤ ਦੌਰਾਨ ਹਰਜੀ ਮਲਕ ਨੇ ਆਪਣੇ ਉਪਰੋਕਤ ਵਿਚਾਰਾਂ ਨੂੰ ਮੁੜ ਦੁਹਰਾਉਂਦਿਆਂ ਹੋਇਆਂ ਹੋਰ ਵੀ ਵੱਧ ਸਪਸ਼ਟ ਲਹਿਜੇ ਵਿੱਚ ਇਹ ਗੱਲ ਉਭਾਰੀ ਕਿ ਬਹੁਤ ਸਾਰੇ ਗੈਰ ਸਿੱਖ ਲੋਕਾਂ ਨੂੰ ਇਹ ਕਦੇ ਸਮਝ ਨਾ ਪਿਆ ਕਿ ਸਿੱਖਾਂ ਲਈ ਗੋਲਡਨ ਟੈਂਪਲ ਦੇ ਕੀ ਅਰਥ ਹਨ। ਮੇਰੇ ਖਿਆਲ ਵਿੱਚ ਉਹਨਾਂ ਬਸ ਇਹੀ ਸਮਝ ਲਿਆ ਕਿ ਇਹ ਹੋਰਨਾਂ ਵਰਗਾ ਹੀ ਇੱਕ ਪੂਜਾ ਸਥਾਨ ਹੈ। ਪੁਲਿਸ ਅੰਦਰ ਚਲੇ ਗਈ ਤੇ ਬਸ। ਬੇਸ਼ੱਕ ਮੈਂ ਇਹ ਗੱਲ ਮਹਿਸੂਸ ਕਰ ਲਈ ਸੀ ਕਿ ਬਹੁਤ ਸਾਰੇ ਲੋਕਾਂ ਨੇ ਅਜਿਹਾ ਜਾਣ-ਬੁੱਝ ਕੇ ਨਹੀਂ ਕੀਤਾ। ਉਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਪਈ ਕਿ ਦਰਬਾਰ ਸਾਹਿਬ ਹਰ ਇੱਕ ਸਿੱਖ ਵਾਸਤੇ ਜਿਸ ਤਰ੍ਹਾਂ ਨਿੱਜੀ ਗੱਤ ਹੈ, ਉਸੇ ਤਰ੍ਹਾਂ ਦੁਨੀਆ ਦਾ ਹੋਰ ਕੋਈ ਵੀ ਧਰਮ ਅਸਥਾਨ ਨਹੀਂ। ਇਸ ਕਰਕੇ ਸਿੱਖਾਂ ਲਈ ਇਹ ਨਿੱਜੀ ਸੱਟ, ਨਿੱਜੀ ਜ਼ਖਮ ਹੋ ਨਿਬੜਿਆ। ਅੱਜ ਵੀ ਬਹੁਤੇ ਗੈਰ ਸਿੱਖਾਂ ਦੇ ਇਹ ਗੱਲ ਪੱਲੇ ਨਹੀਂ ਪੈ ਰਹੀ। ਉਹ ਸਮਝਦੇ ਹਨ ਕਿ ਸਿੱਖ ਐਵੇਂ ਖਾਮ-ਖਾਂ ਹੀ ਤਿਲ ਮਿਲਾ ਰਹੇ ਹਨ, ਇਸ ਵਿੱਚ ਐਡੀ ਕਿਹੜੀ ਵੱਡੀ ਗੱਲ ਹੈ। ਸਿੰਗਾਪੁਰ ਦੇ ਸਾਬਕਾ ਚੀਫ ਜਸਟਿਸ ਮਰਹੂਮ ਸਰਦਾਰ ਚੂੜ ਸਿੰਘ ਸਿੱਧੂ ਨੇ ਵੀ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਲਿਖੀ ਆਪਣੀ ਅਹਿਮ ਕਿਤਾਬ ਵਿੱਚ ਦਰਬਾਰ ਸਾਹਿਬ ਬਾਰੇ ਠੀਕ ਇਹੋ ਨੁਕਤਾ ਨਜ਼ਰ ਉਭਾਰਿਆ ਹੈ। ਉਹਨਾਂ ਲਿਖਿਆ ਹੈ ਕਿ ਅਲੱਗ-ਅਲੱਗ ਸੱਭਿਆਚਾਰਾਂ ਤੇ ਪ੍ਰਤੱਖਣ ਅਲੱਗ-ਅਲੱਗ ਹੋਇਆ ਕਰਦੇ ਹਨ। ਸਿੱਖਾਂ ਦੇ ਦਰਬਾਰ ਸਾਹਿਬ ਨਾਲ ਮੋਹ ਪਿਆਰ, ਅਦਬ ਸਤਿਕਾਰ, ਸੰਪੂਰਨ ਵਫਾਦਾਰੀ ਅਤੇ ਸ਼ਿੱਦਤ ਭਰਪੂਰ ਪ੍ਰਤੀਬੱਧਤਾ ਗੈਰ ਸਿੱਖਾਂ ਦੇ ਗੇੜ ਵਿੱਚ ਨਹੀਂ ਆ ਸਕਦੀ। ਦਰਬਾਰ ਸਾਹਿਬ ਉੱਤੇ ਹਮਲੇ ਦੇ ਫੌਰੀ ਬਾਅਦ ਬਲਜੀਤ ਮਲਕ ਨੇ ਦੁਨੀਆ ਦੇ ਲੋਕਾਂ ਨੂੰ ਸਿੱਖਾਂ ਦੇ ਦਰਬਾਰ ਸਾਹਿਬ ਨਾਲ ਅਨੋਖੇ ਰਿਸ਼ਤੇ ਦਾ ਰਾਜ ਦੱਸਦਿਆਂ ਹੋਇਆਂ ਲਿਖਿਆ ਸੀ ਕਿ ਗੋਲਡਨ ਟੈਂਪਲ ਸਿੱਖਾਂ ਦੀ ਕਲਪਨਾ ਉੱਤੇ ਇੱਕ ਖਾਸ ਕਿਸਮ ਦਾ ਜਾਦੂ ਪ੍ਰਭਾਵ ਛੱਡਦਾ ਹੈ। ਸਿੱਖ ਜਦੋਂ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਜਾਂਦੇ ਹਨ ਤਾਂ ਉਹ ਆਪਣੇ ਇੱਕ ਖੰਡ ਨੂੰ ਪਿਛਾਂਹ ਛੱਡ ਦਿੰਦੇ ਹਨ। ਕੋਈ ਸ਼ਰਧਾਲੂ ਹੋਵੇ ਜਾਂ ਨਾਸਤਕ ਜਾਂ ਸ਼ੰਕਾਵਾਦੀ, ਹਰ ਕੋਈ ਦਰਬਾਰ ਸਾਹਿਬ ਅੰਦਰ ਧਰਮ, ਇਤਿਹਾਸ ਅਤੇ ਸੱਭਿਆਚਾਰ ਦੇ ਜੋੜ ਮੇਲ ਦਾ ਦੀਵਾਨਾ ਹੋ ਜਾਂਦਾ ਹੈ। ਵਿਅਕਤੀ, ਭਾਈਚਾਰੇ ਅਤੇ ਦਰਬਾਰ ਸਾਹਿਬ ਵਿਚਕਾਰ
ਇੱਕ ਅਜਿਹਾ ਇਕਰਾਰਨਾਮਾ ਹੈ ਜਿਸ ਨੂੰ ਸਮਝ ਸਕਣਾ ਕਿਸੇ ਗੈਰ ਲਈ ਸ਼ਾਇਦ ਥੋੜਾ ਔਖਾ ਹੈ। ਇਸ ਤਰ੍ਹਾਂ ਦਰਬਾਰ ਸਾਹਿਬ ਉੱਤੇ ਹਮਲਾ ਸਮੂਹ ਸਿੱਖਾਂ ਦੀ ਆਤਮਾ ਉੱਤੇ ਹਮਲਾ ਬਣ ਜਾਂਦਾ ਹੈ। ਇੱਕ ਪੱਤਰਕਾਰ ਸਿੱਖ ਬੀਬੀ ਨੇ ਵੀ ਇਸੇ ਤਰ੍ਹਾਂ ਦੇ ਵਿਚਾਰ ਭਾਵ ਪ੍ਰਗਟਾਉਂਦਿਆਂ ਲਿਖਿਆ ਸੀ ਕਿ ਗੋਲਡਨ ਟੈਂਪਲ ਬਾਰੇ ਕੁਝ ਅਜਿਹੀਆਂ ਰਵਾਇਤਾਂ ਤੇ ਦਸਤੂਰ ਹਨ ਜਿਨ੍ਹਾਂ ਦੀ ਦੂਸਰੇ ਭਾਈਚਾਰਿਆਂ ਨੂੰ ਸਮਝ ਨਹੀਂ ਪੈਂਦੀ। ਕਾਰਨ ਇਹ ਕਿ ਖੁਦ ਉਹਨਾਂ ਦੀਆਂ ਅਜਿਹੀਆਂ ਕੋਈ ਰਵਾਇਤਾਂ ਤੇ ਦਸਤੂਰ ਨਹੀਂ ਹਨ। ਉਦਾਹਰਣ ਦੇ ਤੌਰ ਤੇ ਇਤਿਹਾਸ ਅੰਦਰ ਹਿੰਦੂਆਂ ਨੇ ਮੁਸਲਿਮ ਹਮਲਾਵਰਾਂ ਕੋਲੋਂ ਆਪਣੇ ਮੰਦਰਾਂ ਦੀ ਕਦੇ ਵੀ ਰੱਖਿਆ ਨਹੀਂ ਕੀਤੀ ਅਤੇ ਹਾਰ ਤੇ ਅਪਮਾਨ ਦਾ ਬਦਲਾ ਲੈਣ ਲਈ ਉਹਨਾਂ ਕਦੇ ਵੀ ਇਹਨਾਂ ਮੰਦਰਾਂ ਦੀਆਂ ਪੁਰਾਣੀਆਂ ਅਸਲੀ ਥਾਵਾਂ ਤੇ ਮੁੜ ਉਸਾਰੀ ਨਹੀਂ ਕੀਤੀ। ਇੱਥੋਂ ਤੱਕ ਕਿ ਸੋਮਨਾਥ ਦੇ ਪ੍ਰਸਿੱਧ ਮੰਦਰ ਨੂੰ ਵੀ ਉਹਨਾਂ ਸਦੀਆਂ ਤੱਕ ਉਵੇਂ ਹੀ ਤਿਆਗ ਕੇ ਵਿਸਾਰ ਛੱਡਿਆ ਸੀ ਜਿਵੇਂ ਹਮਲਿਆਂ ਵਿੱਚ ਉਜੜੇ ਹੋਰਨਾਂ ਮੰਦਰਾਂ ਨੂੰ ਪੂਜਾ ਦੇ ਯੋਗ ਨਾ ਰਹੇ ਸਮਝ ਕੇ ਛੱਡ ਦਿੱਤਾ ਹੋਇਆ ਸੀ। ਸੋ ਇਸ ਲਿਹਾਜ਼ ਨਾਲ ਹਿੰਦੂ ਵਰਗ ਦੀਆਂ ਰਵਾਇਤਾਂ ਕਿਉਂਕਿ ਸਿੱਖਾਂ ਨਾਲੋਂ ਬਹੁਤ ਹੀ ਅਲੱਗ ਹਨ, ਕਿਉਂਕਿ ਉਹਨਾਂ ਕਦੇ ਵੀ ਆਪਣੇ ਕਿਸੇ ਧਾਰਮਿਕ ਸਥਾਨ ਦੀ ਰਾਖੀ ਲਈ ਲਹੂ ਨਹੀਂ ਵਹਾਇਆ, ਕਿਉਂਕਿ ਉਹਨਾਂ ਦੇ ਧਾਰਮਿਕ ਸਥਾਨਾਂ ਉੱਤੇ ਹਮਲਿਆਂ ਨੇ ਉਹਨਾਂ ਦੇ ਖੂਨ ਨੂੰ ਕਦੇ ਵੀ ਜੋਸ਼ ਉਬਾਲਾ ਨਹੀਂ ਦਿੱਤਾ ਅਤੇ ਉਹਨਾਂ ਕੋਲ ਅਜਿਹਾ ਕੋਈ ਵੀ ਸਮਾਰਕ ਨਹੀਂ ਜੋ ਇਤਿਹਾਸ ਅੰਦਰ ਦਰਬਾਰ ਸਾਹਿਬ ਦੀ ਤਰ੍ਹਾਂ ਉਹਨਾਂ ਦੀ ਧਾਰਮਿਕ ਪਛਾਣ ਤੇ ਸਿਦਕੀ ਵਿਰੋਧ ਦਾ, ਉਹਨਾਂ ਦੇ ਸਮੁੱਚੇ ਭਾਈਚਾਰੇ ਦੀ ਜਿੰਦ ਤੇ ਆਤਮਾ ਦਾ ਅਤੇ ਉਹਨਾਂ ਦੀ ਕੌਮੀ ਏਕਤਾ ਤੇ ਆਜ਼ਾਦੀ ਦਾ ਚਿੰਨ੍ਹ ਬਣ ਕੇ ਉੱਭਰ ਆਇਆ ਹੋਵੇ। ਇਸ ਕਰਕੇ ਭਾਰਤ ਦਾ ਬਹੁ ਗਿਣਤੀ ਵਰਗ ਸਿੱਖਾਂ ਦੇ ਹਕੀਕੀ ਦੁੱਖ ਨੂੰ ਹਮਦਰਦੀ ਨਾਲ ਸਮਝਣ ਦੇ ਸਮਰੱਥ ਨਾ ਹੋ ਸਕਿਆ। ਦਰਬਾਰ ਸਾਹਿਬ ਦੇ ਇਸ ਨਿਆਰੇ ਰੁਤਬੇ ਤੇ ਮਹੱਤਵ ਸਦਕਾ ਸਿੱਖਾਂ ਦੀਆਂ ਨਜ਼ਰਾਂ ਵਿੱਚ ਇਹ ਨਿਰਾ ਉਹਨਾਂ ਦੀ ਪੂਜਾ ਦੇ ਕੇਂਦਰ ਤੇ ਹਮਲਾ ਨਹੀਂ ਸੀ, ਉਹਨਾਂ ਦੇ ਧਰਮ ਦੀਆਂ ਬੁਨਿਆਦਾਂ ਅਤੇ ਉਹਨਾਂ ਦੇ ਸਮੁੱਚੇ ਭਾਈਚਾਰੇ ਤੇ ਹਮਲਾ ਸੀ ਇਹ, ਜਿਸ ਨਾਲ ਉਹਨਾਂ ਦੇ ਕਾਲਜੇ ਸੱਲੇ ਗਏ ਅਤੇ ਸਾਰੀ ਸਿੱਖ ਕੌਮ ਨੇ ਇੰਜ ਮਹਿਸੂਸ ਕੀਤਾ ਜਿਵੇਂ ਉਸ ਦੀ ਦਸਤਾਰ ਲੱਥ ਗਈ ਹੋਵੇ। ਸਿੱਖ ਮਨ ਅੰਦਰ ਦਰਬਾਰ ਸਾਹਿਬ ਦੀਆਂ ਇਤਿਹਾਸ ਨਾਲ ਜੁੜੀਆਂ ਅਮਿੱਟ ਗੂੜੀਆਂ ਯਾਦਾਂ ਸਦਕਾ ਸਿੱਖਾਂ ਨੇ ਇਸ ਹਮਲੇ ਨੂੰ ਨਿਰਾ ਫੌਰੀ ਸੰਦਰਭ ਵਿੱਚ ਨਹੀਂ ਲਿਆ, ਸਗੋਂ ਡੂੰਘੇ ਇਤਿਹਾਸਕ ਪ੍ਰਸੰਗ ਵਿੱਚ ਵੇਖਿਆ। ਇਸ ਤੋਂ ਸਿੱਖਾਂ ਨੂੰ ਅਤੀਤ ਦੀਆਂ ਉਹਨਾਂ ਘਟਨਾਵਾਂ ਦੀ ਗੂੰਜ ਸੁਣਾਈ ਦਿੱਤੀ ਜਦ ਦੁਸ਼ਮਣਾਂ ਵੱਲੋਂ ਉਹਨਾਂ ਦੇ ਮਰਕਜ਼ੇ ਮੁਕੱਦਸ ਤੇ ਹਮਲੇ ਕੀਤੇ ਜਾਂਦੇ ਨੇ। ਇਸ ਦੀਆਂ ਘੇਰਾਬੰਦੀਆਂ ਕੀਤੀਆਂ ਜਾਂਦੀਆਂ ਰਹੀਆਂ ਤੇ ਇਸ ਨੂੰ ਨਸ਼ਟ ਕਰ ਦਿੱਤਾ ਜਾਂਦਾ ਰਿਹਾ। ਦਿੱਲੀ ਦਰਬਾਰ ਨਾਲ ਟੱਕਰ ਦੀ ਲੰਬੀ ਪਰੰਪਰਾ ਹੋਣ ਕਰਕੇ ਸਿੱਖਾਂ ਨੇ ਦਰਬਾਰ ਸਾਹਿਬ ਉੱਤੇ ਹਮਲੇ ਨੂੰ ਦਿੱਲੀ ਵੱਲੋਂ ਉਹਨਾਂ ਨੂੰ ਦਬਾਉਣ, ਕੁਚਲਣ ਅਤੇ ਸਬਕ ਸਿਖਾਉਣ ਦੇ ਯਤਨ ਵਜੋਂ ਵੇਖਿਆ। ਜਦ ਇੱਕ ਵਾਰ ਇਹ ਗੱਲ ਹੋ ਗਈ ਤਾਂ ਸਿੱਖਾਂ ਅੰਦਰ ਝੱਟ ਉਹੀ ਆਪ ਮੁਹਾਰਾ ਪੁਰਾਤਨ ਪ੍ਰਤੀਕਰਮ ਪ੍ਰਗਟ ਹੋ ਤੁਰਿਆ। ਸਿੱਖ ਇਤਿਹਾਸ ਤੇ ਪਰੰਪਰਾ ਬਾਰੇ ਡੂੰਘੀ ਸਮਝ ਰੱਖਣ ਵਾਲੇ ਲੋਕਾਂ ਨੇ ਇਹ ਗੱਲ ਝੱਟ ਬੁੱਝ ਲਈ ਸੀ ਕਿ ਸਿੱਖ ਭਾਰਤੀ ਫੌਜ ਦੇ ਦਰਬਾਰ ਸਾਹਿਬ ਉੱਤੇ ਹਮਲੇ ਦੀ ਤੁਲਨਾ ਅਫਗਾਨ ਤੇ ਮੁਗਲ ਸਮਿਆਂ ਨਾਲ ਕਰਨ ਤੋਂ ਨਹੀਂ ਖੁੰਝਣਗੇ ਅਤੇ ਇਸ ਨਾਲ ਸਿੱਖ ਕੌਮ ਅੰਦਰ ਦਿੱਲੀ ਦੇ ਹਾਕਮਾਂ ਨੂੰ ਕਰਾਰਾ ਜਵਾਬ ਦੇਣ ਦੀ ਸੋਚ ਤੇ ਰੁਚੀ ਨੂੰ ਡੱਕ ਸਕਣਾ ਉੱਕਾ ਹੀ ਨਾਮੁਮਕਿਨ ਹੋ ਜਾਵੇਗਾ। ਕੁਝ ਬਰਤਾਨਵੀ ਅਖਬਾਰਾਂ ਨੇ ਦਰਬਾਰ ਸਾਹਿਬ ਉੱਤੇ ਹਮਲੇ ਦੇ ਤੁਰੰਤ ਬਾਅਦ ਇਹ ਸਿਆਸੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਆਉਣ ਵਾਲਾ ਸਮਾਂ ਇੰਦਰਾ ਗਾਂਧੀ ਤੇ ਭਾਰਤ ਲਈ ਇੰਨਾ ਸੁਖਦਾਈ ਨਹੀਂ ਹੋਵੇਗਾ। ਲੰਡਨ ਤੋਂ ਛਪਦੇ ਗਾਰਡੀਅਨ ਦੇ 8 ਜੂਨ ਦੇ ਅੰਕ ਵਿੱਚ ਹੀ ਇਹ ਟੇਵਾ ਲਾ ਦਿੱਤਾ ਗਿਆ ਸੀ ਕਿ ਮੁੱਢਲੀ ਸੈਨਿਕ ਸਫਲਤਾ ਦੇ ਬਾਵਜੂਦ ਭਾਰਤ ਸਰਕਾਰ ਨੂੰ ਛੇਤੀ ਹੀ ਜ਼ੋਰ ਚੜ੍ਹਵੀਂ ਸਿਵਲ ਨਾਫਰਮਾਨੀ ਅਤੇ ਗੁਰੀਲਾ ਕਿਸਮ ਦੀ ਦਹਿਸ਼ਤ ਪਸੰਦੀ ਦੇ ਮਿਸ਼ਰਣ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਹ ਵੀ ਕਿ ਭਾਰਤ ਤੇ ਇੰਦਰਾ ਗਾਂਧੀ ਦੋਨੋਂ ਹੀ ਆਪਣੇ ਵਾਟਰਲੂ ਵੱਲ ਵਧ ਰਹੇ ਹਨ। ਬਹੁਤ ਛੇਤੀ ਭਾਰਤ ਅੰਦਰਲੇ ਅਤੇ ਦੁਨੀਆ ਭਰ ਦੇ ਸਿੱਖ ਦਹਿਸ਼ਤ ਪਸੰਦੀ ਦਾ ਰਾਹ ਅਖਤਿਆਰ ਕਰ ਸਕਦੇ ਹਨ, ਜਿਸ ਨਾਲ ਭਾਰਤ ਲਈ ਆਫਤ ਖੜੀ ਹੋ ਜਾਵੇਗੀ। ਆਪਣੇ ਰੂੜੀਵਾਦੀ ਵਿਚਾਰਾਂ ਤੇ ਭਾਰਤ ਪੱਖੀ ਝੁਕਾਵਾਂ ਕਰਕੇ ਸਿੱਖ ਸੰਘਰਸ਼ ਨੂੰ ਵਿਰੋਧ ਭਾਵਨਾ ਨਾਲ ਵੇਖਣ ਵਾਲੇ ਇੱਕ ਹੋਰ ਪ੍ਰਸਿੱਧ ਬਰਤਾਨਵੀ ਅਖਬਾਰ ਨੇ ਵੀ ਆਪਣੇ 8 ਜੂਨ ਦੇ ਸੰਪਾਦਕੀ ਵਿੱਚ
ਭਾਰਤੀ ਹਾਕਮਾਂ ਨੂੰ ਇਹ ਕਹਿੰਦਿਆਂ ਸਿੱਖ ਖਤਰੇ ਤੋਂ ਖਬਰਦਾਰ ਕਰ ਦਿੱਤਾ ਸੀ ਕਿ ਸਿੱਖ ਸਖਤ ਜਾਨ ਘੁਟਾਲੀਏ ਹਨ, ਜਿਨ੍ਹਾਂ ਦਾ ਕੇਂਦਰੀ ਸੱਤਾ ਵਿਰੁੱਧ ਸੰਘਰਸ਼ ਦਾ ਲੰਬਾ ਇਤਿਹਾਸ ਹੈ। ਜਦ 1716 ਈਸਵੀ ਵਿੱਚ ਦਿੱਲੀ ਵਿਖੇ 700 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਬਾਕੀ ਬਚੇ ਸਿੱਖ ਪਹਾੜਾਂ ਨੂੰ ਨਿਕਲ ਗਏ ਸਨ ਅਤੇ ਉੱਥੋਂ ਦਹਿਸ਼ਤ ਪਸੰਦ ਬਣ ਕੇ ਹੀ ਪਰਤੇ ਸਨ ਅਤੇ ਕੇਂਦਰੀ ਸੱਤਾ ਦੇ ਕਮਜ਼ੋਰ ਪੈਂਦਿਆਂ ਹੀ ਉਹ ਪੰਜਾਬ ਦੇ ਹਾਕਮ ਹੋ ਨਿਬੜੇ ਸਨ। ਇਹ ਰਾਜਸੀ ਨਿਰਣੇ ਤੇ ਉਨਮਾਨ ਉਹਨਾਂ ਲੋਕਾਂ ਦੇ ਸਨ ਜੋ ਜਾਂ ਤਾਂ ਖੁਦ ਸਿੱਖਾਂ ਦੇ ਦੁੱਖ ਵਿੱਚ ਸ਼ਰੀਕ ਸਨ ਅਤੇ ਜਾਂ ਸਿੱਖਾਂ ਦੇ ਹਕੀਕੀ ਦੁੱਖ ਨੂੰ ਨਿਰਲੇਪ ਭਾਵਨਾ ਨਾਲ ਸਮਝਣ ਦੀ ਜਿਗਿਆਸਾ ਰੱਖਦੇ ਸਨ। ਪਰ ਭਾਰਤ ਦਾ ਹਿੰਦੂ ਵਰਗ ਇਹਨਾਂ ਦੋਵਾਂ ਹੀ ਗੱਲਾਂ ਤੋਂ ਸੱਖਣਾ ਹੈ। ਨਾ ਸਿਰਫ ਉਹਨਾਂ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦਾ ਫੈਸਲਾ ਲੈਣ ਵੇਲੇ ਇਸ ਗੱਲ ਦੀ ਬਹੁਤੀ ਪਰਵਾਹ ਹੀ ਕੀਤੀ ਕਿ ਇਸ ਨਾਲ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਕਿੰਨੀ ਠੇਸ ਪਹੁੰਚੇਗੀ, ਸਗੋਂ ਹਮਲੇ ਤੋਂ ਬਾਅਦ ਜੋ ਗੱਲਾਂ ਕਹੀਆਂ ਤੇ ਕੀਤੀਆਂ ਗਈਆਂ ਉਸ ਚੋਂ ਹਿੰਦੂ ਵਰਗ ਦਾ ਸਿੱਖਾਂ ਦੇ ਅਹਿਸਾਸਾਂ ਤੇ ਭਾਵਨਾਵਾਂ ਨੂੰ ਟਿੱਚ ਕਰਕੇ ਜਾਣਨ ਦਾ ਵਰਤੀਰਾ ਵੀ ਕਰੂਪ ਸ਼ਕਲ ਵਿੱਚ ਪ੍ਰਗਟ ਹੋਇਆ। ਹਮਲੇ ਤੋਂ ਬਾਅਦ ਜਦ ਸਾਰਾ ਸਿੱਖ ਭਾਈਚਾਰਾ ਗਹਿਰੇ ਸਦਮੇ ਤੇ ਸੋਗ ਵਿੱਚ ਡੁੱਬਿਆ ਹੋਇਆ ਸੀ ਤਾਂ ਸਮੁੱਚਾ ਹਿੰਦੂ ਮੀਡੀਆ ਸਰਕਾਰੀ ਤੇ ਗੈਰ ਸਰਕਾਰੀ ਦਰਬਾਰ ਸਾਹਿਬ ਤੇ ਇਸ ਦੀ ਅਜ਼ਮਤ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਸਿੱਖ ਜੁਝਾਰੂਆਂ ਬਾਰੇ ਹੱਦੋਂ ਵੱਧ ਝੂਠੀਆਂ ਤੇ ਮਨ ਘੜਤ ਖਬਰਾਂ ਨਸ਼ਰ ਕਰਕੇ ਦੁਨੀਆ ਦੀਆਂ ਨਜ਼ਰਾਂ ਵਿੱਚ ਉਹਨਾਂ ਸਿੱਖਾਂ ਨੂੰ ਹੋਰ ਵੱਧ ਜਲੀਲ ਕਰਨ ਤੇ ਨੀਵੇਂ ਵਿਖਾਉਣ ਦੀ ਬਦਹਵਾਸੀ ਕਿ ਬਦਮਾਸ਼ੀ ਤੇ ਉਤਰ ਆਇਆ ਸੀ। ਉਸ ਵੇਲੇ ਜਦੋਂ ਦੁਨੀਆ ਭਰ ਦੀ ਪ੍ਰੈਸ ਇੰਦਰਾ ਗਾਂਧੀ ਵੱਲੋਂ ਇੱਕ ਬਹਾਦਰ ਤੇ ਗੈਰਤਮੰਦ ਕੌਮ ਦੇ ਧਾਰਮਿਕ ਜਜ਼ਬਾਤਾਂ ਉੱਤੇ ਦੁਖਾਵੀ ਸੱਟ ਮਾਰਨ ਵਾਲੀ ਇਸ ਕਾਰਵਾਈ ਦੇ ਫੌਰੀ ਤੇ ਦੂਰਗਾਮੀ ਨਤੀਜਿਆਂ ਬਾਰੇ ਆਪਣੇ ਗਹਿਰੇ ਸਰੋਕਾਰਾਂ ਦਾ ਪ੍ਰਗਟਾਵਾ ਕਰ ਰਹੀ ਸੀ ਅਤੇ ਇੰਦਰਾ ਗਾਂਧੀ ਦੀ ਰਾਜਨੀਤਿਕ ਦਾਨਿਸ਼ਮੰਦੀ ਉੱਤੇ ਡੂੰਘੇ ਸਵਾਲੀਆ ਚਿੰਨ੍ਹ ਲਾਏ ਜਾ ਰਹੇ ਸਨ ਤਾਂ ਭਾਰਤ ਦੀ ਕੌਮੀ ਕਹੀ ਜਾਣ ਵਾਲੀ ਹਿੰਦੂ ਪ੍ਰੈਸ ਇਸ ਕਾਰਵਾਈ ਦੇ ਨਤੀਜਿਆਂ ਤੋਂ ਬੇਪਰਵਾਹ ਆਪਣੀ ਇਸ ਜਿੱਤ ਦੇ ਸਰੂਰ ਵਿੱਚ ਬਹੁਤ ਹੀ ਹੋਸ਼ੇ ਢੰਗ ਨਾਲ ਇੰਦਰਾ ਗਾਂਧੀ ਦੀ ਜੈ ਜੈਕਾਰ ਕਰਨ ਵਿੱਚ ਜੁਟੀ ਹੋਈ ਸੀ। ਹਿੰਦੁਸਤਾਨ ਟਾਈਮਜ਼ ਨੇ 7 ਜੂਨ ਨੂੰ ਹੀ ਜਦੋਂ ਅਕਾਲ ਤਖਤ ਸਾਹਿਬ ਤੇ ਹੋਰਨਾਂ ਇਮਾਰਤਾਂ ਚੋਂ ਅਜੇ ਅੱਗ ਦੀਆਂ ਬਰਾਬਰ ਲਪਟਾਂ ਨਿਕਲ ਰਹੀਆਂ ਸਨ ਅਤੇ ਦਰਬਾਰ ਸਾਹਿਬ ਦੀ ਸਮੁੱਚੀ ਪਰਿਕਰਮਾ ਸਮੇਤ ਇਸ ਦੇ ਵਰਾਂਡਿਆਂ ਤੇ ਕਮਰਿਆਂ ਚੋਂ ਅਜੇ ਬਰਾਬਰ ਲਹੂ ਨੁੱਚੜ ਰਿਹਾ ਸੀ, ਹੰਕਾਰ ਗਰਸੇ ਲਹਿਜੇ ਵਿੱਚ ਆਪਣੇ ਸੰਪਾਦਕੀ ਵਿੱਚ ਇਹ ਦਾਅਵਾ ਕਰ ਮਾਰਿਆ ਸੀ ਕਿ ਪੰਜਾਬ ਅੰਦਰ ਇਸ ਫੌਜੀ ਕਾਰਵਾਈ ਨਾਲ ਰਾਜ ਅੰਦਰ ਆਤੰਕਵਾਦੀ ਕਾਰਵਾਈਆਂ ਦਾ ਸ਼ਰਤੀਆ ਤੌਰ ਤੇ ਅੰਤ ਹੋ ਜਾਵੇਗਾ। ਜਦ ਦੁਨੀਆ ਭਰ ਦੇ ਸਿੱਖ ਇੰਦਰਾ ਗਾਂਧੀ ਵਿਰੁੱਧ ਆਪਣੇ ਪ੍ਰਚੰਡ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਜਗ੍ਹਾ ਜਗ੍ਹਾ ਉਸ ਦੇ ਪੁਤਲੇ ਸਾੜ ਰਹੇ ਸਨ ਤਾਂ ਸਟੇਟਮੈਂਟ ਦੇ ਦਿੱਲੀ ਪ੍ਰਕਾਸ਼ਨ ਦਾ ਸੰਪਾਦਕ ਆਪਣੇ ਸੰਪਾਦਕੀ 7 ਜੂਨ ਵਿੱਚ ਇੰਦਰਾ ਗਾਂਧੀ ਨੂੰ ਉਸ ਦੁਆਰਾ ਪੰਜਾਬ ਸਮੱਸਿਆ ਨਾਲ ਨਿਪਟਣ ਵੇਲੇ ਦਿਖਾਈ ਮਨ ਦੀ ਦ੍ਰਿੜਤਾ ਤੇ ਉਹ ਦੇਸ਼ ਦੀ ਨਿਸ਼ਚਿੰਤਤਾ ਬਦਲੇ ਵਧਾਈਆਂ ਦੇ ਰਿਹਾ ਸੀ। ਸਿੱਖ ਕੌਮ ਵਿਰੁੱਧ ਏਡਾ ਉਪੱਦਰ ਕਰਨ ਤੋਂ ਬਾਅਦ ਵੀ ਭਾਰਤ ਦਾ ਹਿੰਦੂ ਵਰਗ ਆਪਣੇ ਕੀਤੇ ਉੱਤੇ ਸ਼ਰਮਸ਼ਾਰ ਹੋਣ ਦੀ ਥਾਵੇਂ ਉਲਟਾ ਸਿੱਖਾਂ ਕੋਲੋਂ ਪਛਤਾਵੇ ਤੇ ਸੁਧਾਈ ਦੀ ਮੰਗ ਕਰਨ ਦੀ ਬੇਹਯਾਈ ਦਿਖਾ ਰਿਹਾ ਸੀ। ਬੰਬਈ ਤੋਂ ਛਪਦੇ ਟਾਈਮਜ਼ ਆਫ ਇੰਡੀਆ ਨੇ ਆਪਣੇ ਸੰਪਾਦਕੀ 7 ਜੂਨ ਰਾਹੀਂ ਹਾਕਮਾਨਾ ਲਹਿਜੇ ਵਿੱਚ ਸਿੱਖ ਭਾਈਚਾਰੇ ਕੋਲੋਂ ਵਡੇਰੇ ਕੌਮੀ ਹਿੱਤਾਂ ਨੂੰ ਪ੍ਰਮੁੱਖ ਰੱਖਣ ਅਤੇ ਪਰਖ ਦੀ ਇਸ ਘੜੀ ਉੱਤੇ ਪੂਰੇ ਉਤਰਨ ਦੀ ਮੰਗ ਅਪੀਲ ਨਹੀਂ, ਕਿਉਂਕਿ ਅਪੀਲ ਬਰਾਬਰ ਦਿਆਂ ਜਾਂ ਜ਼ੋਰਾਵਰਾਂ ਦੇ ਅੱਗੇ ਕੀਤੀ ਜਾਂਦੀ ਹੈ, ਕੀਤੀ ਸੀ। ਜਦ ਦੁਨੀਆ ਭਰ ਦੇ ਸਿੱਖਾਂ ਦੇ ਹਿਰਦੇ ਭੁੱਜੇ ਪਏ ਸਨ ਤਾਂ ਭਾਰਤ ਦਾ ਤਤਕਾਲੀ ਹੋਮ ਸਕੱਤਰ MM ਕੇਵਲੀ ਇਹ ਕਹਿਣ ਦੀ ਹਿਮਾਕਤ ਕਰ ਰਿਹਾ ਸੀ ਕਿ ਸਾਡੇ ਵਿਚਾਰ ਵਿੱਚ ਕੁੱਲ ਮਿਲਾ ਕੇ ਸਿੱਖ ਭਾਈਚਾਰਾ ਰਾਹਤ ਮਹਿਸੂਸ ਕਰ ਰਿਹਾ ਹੈ। ਭਾਰਤ ਸਰਕਾਰ ਅਤੇ ਹਿੰਦੂ ਵਰਗ ਦੁਆਰਾ ਹਮਲੇ ਤੋਂ ਬਾਅਦ ਦਿਖਾਈ ਗਈ ਇਸ ਉਜੜਤਾ ਭਰੀ ਸੰਵੇਦਨਹੀਣਤਾ ਨੇ ਬਲਦੀ ਅੱਗ ਉੱਤੇ ਤੇਲ ਪਾਉਣ ਦਾ ਕੰਮ ਕੀਤਾ, ਜਿਸ ਨਾਲ ਜੋ ਭਾਂਬੜ ਬਲ ਉੱਠੇ
ਉਹਨਾਂ ਨੇ ਭਾਰਤ ਅੰਦਰ ਅਤੇ ਭਾਰਤ ਦਾ ਬਹੁਤ ਕੁਝ ਲੂਹ ਕੇ ਰੱਖ ਦਿੱਤਾ। ਹਮਲੇ ਦੀ ਖਬਰ ਮਿਲਦਿਆਂ ਹੀ ਬਲਜੀਤ ਮਲਕ ਵੱਲੋਂ ਕੀਤੀ ਗਈ ਭਵਿੱਖਬਾਣੀ ਅੱਖਰ ਅੱਖਰ ਸੱਚ ਹੋ ਨਿਬੜੀ। 7 ਜੂਨ ਨੂੰ ਇੱਕ ਬਰਤਾਨਵੀ ਅਖਬਾਰ ਦੇ ਨੁਮਾਇੰਦੇ ਨਾਲ ਗੱਲ ਕਰਦਿਆਂ ਉਸ ਨੇ ਜੋ ਕਿਹਾ ਉਹ ਇਹ ਸੀ ਕਿ ਹੁਣ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਹੱਲਾ ਬੋਲ ਕੇ ਕਬਜ਼ਾ ਜਮਾ ਲਿਆ ਹੈ ਅਤੇ ਸੈਂਕੜੇ ਲੋਕਾਂ ਨੂੰ ਕਤਲ ਕਰ ਦਿੱਤਾ ਹੈ। ਦੇਖਣਾ ਛੇਤੀ ਹੀ ਭਾਰਤ ਅੰਦਰ ਅਤੇ ਦੁਨੀਆ ਭਰ ਵਿੱਚ ਬਹੁਤ ਸਾਰੇ ਸਿੱਖ ਸੰਭਾਵੀ ਦਹਿਸ਼ਤ ਪਸੰਦਾਂ ਵਿੱਚ ਤਬਦੀਲ ਹੋ ਜਾਣਗੇ ਅਤੇ ਭਾਰਤ ਲਈ ਭਾਰੀ ਖਤਰਾ ਖੜਾ ਹੋ ਜਾਵੇਗਾ। ਸੁਬਰਾਮਨੀਅਮ ਸਵਾਮੀ, ਜੋ ਉਸ ਵਕਤ ਜਨਤਾ ਪਾਰਟੀ ਦਾ ਆਗੂ ਤੇ ਮੈਂਬਰ ਪਾਰਲੀਮੈਂਟ ਸੀ, ਨੇ 24 ਅਪ੍ਰੈਲ ਤੋਂ 27 ਅਪ੍ਰੈਲ 1984 ਤੱਕ ਦਰਬਾਰ ਸਾਹਿਬ ਅੰਦਰ ਲਗਾਤਾਰ 3 ਦਿਨ ਬਿਤਾਏ ਸਨ ਅਤੇ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ ਸਨ। ਵਾਪਸ ਦਿੱਲੀ ਪਹੁੰਚ ਕੇ ਉਸ ਨੇ ਇਲਸਟ੍ਰੇਟਡ ਵੀਕਲੀ ਆਫ ਇੰਡੀਆ ਦੇ ਵਿੱਚ ਇੱਕ ਲੇਖ ਛਪਵਾਇਆ ਸੀ, ਜਿਸ ਵਿੱਚ ਉਸ ਨੇ ਭਾਰਤ ਸਰਕਾਰ ਨੂੰ ਸਾਫ਼ ਸ਼ਬਦਾਂ ਵਿੱਚ ਇਹ ਚੇਤਾਵਨੀ ਦੇ ਦਿੱਤੀ ਸੀ ਕਿ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਹਮਲੇ ਦੀ ਕਾਰਵਾਈ ਇੱਕ ਵੱਡੀ ਭੁੱਲ ਹੋਵੇਗੀ ਅਤੇ ਹਮਲੇ ਦੌਰਾਨ ਜੇਕਰ ਭਾਰੀ ਗੋਲਾਬਾਰੀ ਨਾਲ ਦਰਬਾਰ ਸਾਹਿਬ ਜਾਂ ਅਕਾਲ ਤਖਤ ਦਾ ਨੁਕਸਾਨ ਹੋ ਗਿਆ ਤਾਂ ਭਾਰਤ ਇੱਕ ਸੰਕਲਪ ਦੇ ਤੌਰ ਤੇ ਤਬਾਹ ਹੋ ਜਾਵੇਗਾ। ਸਿੱਖ ਹਿਰਦੇ ਤੇ ਮਨ ਉੱਤੇ ਲੱਗਿਆ ਘਾਉ ਸਦੀਵੀ ਹੋ ਨਿਬੜੇਗਾ ਅਤੇ ਉਸ ਤੋਂ ਬਾਅਦ ਛਿੜਨ ਵਾਲੇ ਖੂਨ ਖਰਾਬੇ ਦੇ ਸਿਲਸਿਲੇ ਦਾ ਕਿਤੇ ਜਾ ਕੇ ਵੀ ਨਿਬੇੜਾ ਨਹੀਂ ਹੋਣਾ। ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੂਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।